ਜਦੋਂ ਅਸੀਂ ਜੋਗਿੰਦਰ ਸ਼ਮਸ਼ੇਰ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੇ ਜੀਵਨ ਦੇ 32 ਸਾਲ ਇੰਗਲੈਂਡ ਦੇ ਵਿੱਚ ਗੁਜ਼ਾਰੇ ਤੇ 28 ਸਾਲ ਕੈਨੇਡਾ ਦੇ ਵਿੱਚ ਰਹੇ। ਜਦੋਂ ਉਹ ਐਕਟਿਵਲੀ ਇਨਵੋਲਵ ਹੁੰਦੇ ਸੀ ਸਾਹਿਤਕ ਮਿਲਣੀਆਂ ਦੇ ਵਿੱਚ, ਜਦੋਂ ਵੀ ਕੋਈ ਅਜਿਹਾ ਕੁਝ ਹੋਣਾ ਤਾਂ ਉੱਥੇ ਉਹਨਾਂ ਦੇ ਮੌਜੂਦਗੀ ਹੋਣਾ, ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ। 11 ਸਾਲ ਦੀ ਉਮਰ ਦੇ ਵਿੱਚ ਆਪਦੀਆਂ ਕਵਿਤਾਵਾਂ ਬਣਾ ਕੇ ਸਟੇਜਾਂ ਤੇ ਬੋਲਦਾ ਹੋਇਆ ਉੱਚੀ ਆਵਾਜ਼ ਦੇ ਵਿੱਚ, ਟਾਟੀ ਜਿਹੀ ਆਵਾਜ਼ ਦੇ ਵਿੱਚ ਬੜੀ ਸ਼ਾਨ ਨਾਲ ਤੇ ਲੋਕੀ ਸੁਣਦੇ ਹੈ ਵੀ ਇੰਨਾ ਨਿੱਕਾ ਮੁੰਡਾ ਤੇ ਇੰਨੀ ਗੱਲ ਬੋਲ ਰਿਹਾ। ਅਜਿਹੇ ਹਾਲਾਤ ਹੁੰਦੇ ਹੈ ਕਿ ਘਰ ਵਾਲੀ ਦੇ ਨਾਲ ਤੇ ਇੱਕੋ ਇੱਕ ਬੱਚੀ ਦਾ ਨੂੰ ਲੈ ਕੇ 12 ਸਾਲ ਦੀ ਨੂੰ ਵਿਨੀਪੈਗ ਉਹਦੇ ਨਾਨਕਿਆਂ ਦੇ ਕੋਲੇ ਆਉਂਦਾ ਸਾਨੂੰ ਦੱਸ ਰਿਹਾ ਹੈ। ਇਸ ਤਰ੍ਹਾਂ ਸਾਨੂੰ ਉਸ ਦਾ ਜਿਹੜਾ ਸਫ਼ਰ ਹੈ, ਇਸ ਤਰ੍ਹਾਂ ਉਹ ਜਿਹੜਾ ਸਫ਼ਰ ਹੈ, ਬੀਤੇ ਦਾ ਸਫ਼ਰ ਜਿਹੜਾ ਸੀ ਉਹਨਾਂ ਨੇ ਇਹਦੇ ਵਿੱਚ ਕੀਤਾ ਹੈ। ਜਿਹੜਾ ਇਤਿਹਾਸ ਲੋਕਾਂ ਜਿਸ ਬੰਦੇ ਨੇ ਆਪਦੇ ਅੱਖੀਂ ਦੇਖਿਆ, ਉਹਨਾਂ ਚਸ਼ਮਦੀਦ ਗਵਾਹ ਹੁੰਦੇ ਹੈਗੇ ਆ, ਉਹ ਅਸਲੀ ਇਤਿਹਾਸ ਹੈ। ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਸ਼ਮਸ਼ੇਰ ਹੋਰਾਂ ਦੀਆਂ ਹੈਗੀਆਂ ਤੇ ਮੈਂ ਕਹੂੰਗਾ ਕਿ ਜਿਹੜੀ ਅਸਲ ਜਿਹੜੀ ਸਾਂਭਣਯੋਗ ਜਿਹੜੀ ਦਸਤਾਵੇਜ਼ ਹੈਗੀ ਆ ਲੰਡਨ ਦੇ ਸ਼ਹੀਦ, ਜਿਹਦੇ 'ਚ ਮਦਨ ਲਾਲ ਢੀਂਗੜਾ ਤੇ ਆਪਣੇ ਸ਼ਹੀਦ ਊਧਮ ਸਿੰਘ ਦੀ ਜਿਹੜੀ ਉਹਨਾਂ ਦੀ ਦੋਹਾਂ ਦੀ ਲਾਈਫ ਜਿਹੜੀ ਇਹਦੇ ਵਿੱਚ ਹੈਗੀ। ਆਪਾਂ ਕਹਿ ਦਿੰਦੇ ਆ ਕਿ ਬੁੱਕ ਲਿਖ ਦਿੱਤੀ ਹੈ, ਪਰ ਬੁੱਕ ਲਿਖਣਾ ਉਹਦੇ ਪਿੱਛੇ ਕਿੰਨੀ ਤੁਹਾਨੂੰ ਸਰਚ ਕਰਨੀ ਪੈਂਦੀ ਹੈ। ਉਹਨੂੰ ਲਿਖਣ ਦੇ ਪਿੱਛੇ ਤੁਹਾਨੂੰ ਆਪ ਨੂੰ ਪਹਿਲਾਂ ਸਮਝਣਾ ਪੈਂਦਾ, ਉਸ ਚੀਜ਼ ਨੂੰ ਤੁਹਾਨੂੰ ਆਪ ਨੂੰ ਉਸ ਥਾਂ ਦੇ ਉੱਤੇ ਰੱਖ ਕੇ ਸੋਚਣਾ ਪੈਂਦਾ। ਜਦੋਂ ਕਿਤਾਬ ਪੜ੍ਹੋਗੇ ਤੁਹਾਨੂੰ ਇੰਨੇ ਇੰਟਰਸਟ ਲੱਗੇਗਾ, ਉਸ ਦੇ ਵਿੱਚ ਇੰਨਾ ਖੁੱਭ ਜਾਓਗੇ ਕਿ ਤੁਸੀਂ ਨਾਲ ਜੇਬ 'ਚ ਪਾ ਕੇ ਵੀ ਲੈ ਜਾਓਗੇ, ਕਿਸੇ ਥਾਂ ਤੇ ਜਿੱਥੇ ਵੀ ਜਾਣਾ ਹੈਗਾ ਲੈ ਜਾਓਗੇ। ਅਸੀਂ ਜੇ ਕਿਤਾਬਾਂ ਨਹੀਂ ਪੜ੍ਹਦੇ ਤਾਂ ਕਿਤਾਬਾਂ ਦਾ ਸਾਨੂੰ ਇਹ ਨਹੀਂ ਵੀ ਜੀਵਨ ਦੇ ਵਿੱਚ ਅਸੀਂ ਕੀ ਸੀਗਾ, ਤੁਸੀਂ ਸਮਾਜ ਦੇ ਵਿੱਚ ਵਿਚਰਦੇ ਆ, ਤੁਹਾਨੂੰ ਉੱਥੋਂ ਬਹੁਤ ਕੁਝ ਮਿਲਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਸਾਹਿਤ ਦੀ, ਸਾਹਿਤ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸ ਨੂੰ ਅਸੀਂ ਲਿਟਰੇਚਰ ਵੀ ਕਹਿੰਦੇ ਹਾਂ। ਹੁਣ ਬਹੁਤ ਸਾਰੇ ਹਿਤਕਾਰੀ ਰਚਨਾਵਾਂ ਜਿਹੜੀਆਂ ਲੋਕਾਂ ਨੇ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਜਦੋਂ ਅਸੀਂ ਸਾਹਿਤਕ ਕਿਸੇ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਜੋਗਿੰਦਰ ਸ਼ਮਸ਼ੇਰ ਜੀ ਹੋਣਾ ਦਾ। ਪਿਛਲੇ ਸਾਲ ਉਹਨਾਂ ਨੇ ਇਸ ਦੁਨੀਆ ਨੂੰ ਰੁਖਸਤ ਕੀਤਾ, ਇਹ ਸਾਨੂੰ ਅਲਵਿਦਾ ਕਹਿ ਦਿੱਤਾ, ਪਰ ਉਹਨਾਂ ਦਾ ਯੋਗਦਾਨ ਸਾਹਿਤ ਦੇ ਵਿੱਚ ਬਹੁਤ ਵੱਡਾ ਰਿਹਾ। ਹੁਣ ਉਹਨਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਦੇ ਸਫ਼ਰ ਦੇ ਲਈ ਇੱਕ ਦਸਤਾਵੇਜ਼, ਇੱਕ ਬੁੱਕ ਜਿਹੜੀ ਲਿਖੀ ਗਈ ਹੈ, ਜਿਹੜੀ ਉਹ ਸਾਡੇ ਸਾਹਮਣੇ ਆਈ ਹੈ। ਉਹਨਾਂ ਦੀ ਧੀ ਜਿਹੜੀ ਨੇ, ਉਹਨਾਂ ਦੀਆਂ ਰਚਨਾਵਾਂ, ਬੀਤੇ ਦਾ ਸਫ਼ਰ ਅਸੀਂ ਕਹਿ ਸਕਦੇ ਹਾਂ, ਉਸ ਬੁੱਕ ਦਾ ਨਾਮ ਹੈ ਤੇ ਬਹੁਤ ਕੁਝ ਉਹਦੇ 'ਚ ਸਿੱਖਣ ਨੂੰ ਮਿਲਦਾ ਤੇ ਉਹਨੂੰ ਇਤਿਹਾਸਿਕ ਬੁੱਕ ਦਾ ਨਾਮ ਦਿੱਤਾ ਗਿਆ। ਜਦੋਂ ਅਸੀਂ ਜੋਗਿੰਦਰ ਸ਼ਮਸ਼ੇਰ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੇ ਜੀਵਨ ਦੇ 32 ਸਾਲ ਇੰਗਲੈਂਡ ਦੇ ਵਿੱਚ ਗੁਜ਼ਾਰੇ ਤੇ 28 ਸਾਲ ਕੈਨੇਡਾ ਦੇ ਵਿੱਚ ਰਹੇ। ਜਦੋਂ ਉਹ ਐਕਟਿਵਲੀ ਇਨਵੋਲਵ ਹੁੰਦੇ ਸੀ ਸਾਹਿਤਕ ਮਿਲਣੀਆਂ ਦੇ ਵਿੱਚ, ਜਦੋਂ ਵੀ ਕੋਈ ਅਜਿਹਾ ਕੁਝ ਹੋਣਾ ਤਾਂ ਉੱਥੇ ਉਹਨਾਂ ਦੇ ਮੌਜੂਦਗੀ ਹੋਣਾ, ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ। ਹੁਣ ਇੱਕ ਪੁਸਤਕ ਲੋਕ ਅਰਪਣ ਕੀਤੀ ਗਈ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੀ ਇਹ ਪੁਸਤਕ ਜਿਹੜੀ ਆ ਉਹ ਲੋਕ ਅਰਪਣ ਹੋਣ ਜਾ ਰਹੀ ਹੈ। ਪੁਸਤਕ ਦੇ ਵਿੱਚ ਕੀ ਕੁਝ ਹੈ, ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ, ਕਿਹੜੀਆਂ ਬੁੱਕਸ ਉਹਨਾਂ ਦੇ ਵੱਲੋਂ ਲਿਖੀਆਂ ਗਈਆਂ ਨੇ, ਬੁੱਕ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਇਹ ਬੁੱਕ ਕਦੋਂ ਰਿਲੀਜ਼ ਹੋਣੀ ਹੈ ਤੇ ਕਿੱਥੇ ਰਿਲੀਜ਼ ਹੋਣੀ ਹੈ, ਇਸ ਬਾਰੇ ਅੱਜ ਗੱਲਬਾਤ ਹੋਣੀ ਹੈ। ਤੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜਰਨੈਲ ਸਿੰਘ ਸੇਖਾ ਜੀ ਤੇ ਸਤਵੰਤ ਸਿੰਘ ਦੀਪਕ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਨਾਂ ਨੂੰ। ਸੋ ਜਦੋਂ ਅਸੀਂ ਜੋਗਿੰਦਰ ਸ਼ਮਸ਼ੇਰ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ ਹੈ ਤੇ ਤੁਸੀਂ ਉਹਨਾਂ ਦੇ ਨਾਲ ਵਿਚਰੇ ਹੈਗੇ ਆ, ਤੁਸੀਂ ਉਹਨਾਂ ਨੂੰ ਨੇੜੇ ਤੋਂ ਦੇਖਿਆ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਸੇਖਾ ਸਾਹਿਬ ਕਿ ਤੁਸੀਂ ਕੀ ਸੋਚਦੇ ਆ ਜਦੋਂ ਅਸੀਂ ਉਹਨਾਂ ਦੇ ਜੀਵਨ ਵੱਲ ਝਾਤ ਮਾਰਦੇ ਹਾਂ? ਜਦੋਂ ਸਾਡੇ ਸਾਹਮਣੇ ਸ਼ਮਸ਼ੇਰ ਜੀ ਦਾ ਚਿਹਰਾ ਆਉਂਦਾ ਹੈ ਜੀ, ਤਾਂ ਉਹ ਜਦੋਂ 11 ਸਾਲ ਦਾ ਸੀ, 11 ਸਾਲ ਦਾ ਇੱਕ ਬੱਚਾ ਜਿਹੜਾ ਹੈਗਾ ਉਹ ਆਜ਼ਾਦੀ ਦੇ ਘੋਲ ਦੇ ਵਿੱਚ ਇਸ਼ਤਿਹਾਰ ਲਾਉਂਦਾ ਫਿਰਦਾ ਦਿਸ ਰਿਹਾ ਤੇ ਕਿਸੇ ਪਾਸੇ ਉਹ ਪੁਲਿਸ ਬਾਰੇ ਦੱਸ ਰਿਹਾ ਵੀ ਤੁਸੀਂ ਇਸ ਪਾਸੇ ਨਾ ਜਾਓ, ਜਿਹੜੇ ਉਸ ਵੇਲੇ ਦੇ ਆਜ਼ਾਦੀ ਘੁਲਾਟੀਏ ਸੀ ਉਹਨਾਂ ਤੋਂ ਬਚਾਉਣ ਦੇ। 11 ਸਾਲ ਦੀ ਉਮਰ ਦੇ ਵਿੱਚ ਉਹ
ਆਜ਼ਾਦੀ ਦੀ ਲਹਿਰ ਦੇ ਵਿੱਚ ਕੁੱਦ ਪਏ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਹੀ ਉਹ ਜੀ ਜੇਲ੍ਹ ਦੇ ਵਿੱਚ ਵੀ ਚਲੇ ਗਏ ਸੀ ਆਜ਼ਾਦੀ ਦੀ ਖਾਤਰ। ਜੀ ਔਰ ਉਹ ਜੋਗਿੰਦਰ ਸਿੰਘ ਸ਼ਮਸ਼ੇਰ ਜੀ ਸਾਨੂੰ ਦਿਸਦਾ ਹੈਗਾ ਆਪਦੀਆਂ 11 ਸਾਲ ਦੀ ਉਮਰ ਦੇ ਵਿੱਚ ਆਪਦੀਆਂ ਕਵਿਤਾਵਾਂ ਬਣਾ ਕੇ ਸਟੇਜਾਂ ਤੇ ਬੋਲਦਾ ਹੋਇਆ ਉੱਚੀ ਆਵਾਜ਼ ਦੇ ਵਿੱਚ, ਟਾਟੀ ਜਿਹੀ ਆਵਾਜ਼ ਦੇ ਵਿੱਚ ਬੜੀ ਸ਼ਾਨ ਨਾਲ, ਤੇ ਲੋਕੀ ਸੁਣਦੇ ਹੈ ਵੀ ਇੰਨਾ ਨਿੱਕਾ ਮੁੰਡਾ ਤੇ ਇੰਨੀ ਬੋਲ ਰਿਹਾ। ਫਿਰ ਸਾਨੂੰ ਉਹ ਜਗ੍ਹਾ ਸਮਾਜ ਦੇ ਵਿੱਚ ਵਿਚਰਦਾ ਜੀ ਤੇ ਕਵਿਤਾਵਾਂ ਲਿਖਦਾ, ਜੀਵਨ ਦੇ ਵਿੱਚ ਔਖੀਆਂ ਘੜੀਆਂ ਵਿੱਚ ਦੀ ਲੰਘਦਾ, ਕੁਆਟੇ ਤੋਂ ਭੁਚਾਲ ਦੇ ਮਾਰੇ ਹੋਏ ਉੱਥੋਂ ਚੱਲ ਕੇ ਆਉਂਦਾ ਜੀ ਜਿਹੜਾ 1935 ਦੇ ਵਿੱਚ ਉੱਥੇ ਕੁਆਟੇ ਦੇ ਵਿੱਚ ਭੁਚਾਲ ਆਇਆ ਸੀ ਤਾਂ ਉਸ ਤੇ ਰਿਹਾ। ਸਾਨੂੰ ਇਸ ਤਰ੍ਹਾਂ ਲਗਾਤਾਰ ਫਿਰ ਕਦੇ ਕੋਈ ਕੰਮ ਕਰਦਾ, ਕਦੇ ਕੋਈ ਕੰਮ ਕਰਦਾ, ਫਿਰ ਅਧਿਆਪਕ ਬਣਦਾ, ਇਹ ਸਾਨੂੰ ਉਹ ਦਿਸ ਰਿਹਾ ਹੈ। ਉਸ ਤੋਂ ਬਾਅਦ ਇੰਗਲੈਂਡ ਜਾਂਦਾ, ਇੰਗਲੈਂਡ ਦੇ ਵਿੱਚ ਬੜੇ ਕੰਮ ਕਰਦਾ, ਉੱਥੇ ਵੀ ਸਮਾਜਿਕ ਵੀ ਤੇ ਸਾਹਿਤਕ ਵੀ ਤੇ ਸਿਆਸੀ ਵੀ, ਤਿੰਨਾਂ ਪੱਖਾਂ ਦੇ ਵਿੱਚ ਹੀ ਉੱਥੇ ਵਿਚਰਦਾ। ਤੇ 1980 ਦੇ ਵਿੱਚ ਜਦੋਂ ਉੱਥੇ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਜਾਂਦੀ ਸੀ, ਉਸ ਦੇ ਮੂਹਰੀਆਂ ਦੇ ਵਿੱਚੋਂ ਸੀ, ਸਾਨੂੰ ਉਹ ਦੱਸ ਰਿਹਾ। ਫਿਰ ਜਦੋਂ ਉੱਥੋਂ ਆ ਜਾਂਦਾ, ਉੱਥੇ ਅਜਿਹੇ ਹਾਲਾਤ ਹੁੰਦੇ ਹੈ ਕਿ ਘਰਵਾਲੀ ਦੇ ਤੇ ਇੱਕੋ ਇੱਕ ਬੱਚੀ ਦਾ ਨੂੰ ਲੈ ਕੇ 12 ਸਾਲ ਦੀ ਨੂੰ ਵਿਨੀਪੈਗ ਉਹਦੇ ਨਾਨਕਿਆਂ ਦੇ ਕੋਲੇ ਆਉਂਦਾ, ਸਾਨੂੰ ਦੱਸ ਰਿਹਾ। ਇਸ ਤਰ੍ਹਾਂ ਸਾਨੂੰ ਉਸ ਦਾ ਜਿਹੜਾ ਸਫ਼ਰ ਹੈ, ਇਸ ਤਰ੍ਹਾਂ ਉਹ ਜਿਹੜਾ ਸਫ਼ਰ ਹੈ, ਬੀਤੇ ਦਾ ਸਫ਼ਰ ਜਿਹੜਾ ਸੀ ਉਹਨਾਂ ਨੇ ਇਹਦੇ ਵਿੱਚ ਦਿੱਤਾ, ਸਾਨੂੰ ਇਸ ਤਰ੍ਹਾਂ ਉਹ ਦੱਸ ਰਿਹਾ। ਬਿਲਕੁਲ ਜੀ, ਬੀਤੇ ਦੇ ਸਫ਼ਰ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਸਾਰਾ ਜ਼ਿੰਦਗੀ ਦਾ ਸਫ਼ਰ ਇੱਕ ਇਨਸਪੀਰੇਸ਼ਨ ਬਣ ਕੇ ਜਿਹੜਾ ਸਾਹਮਣੇ ਆ ਰਿਹਾ। ਇੱਕ ਬੁੱਕ ਦੇ ਵਿੱਚ ਇਹ ਵਿਆਖਿਆ ਕਰਨੀ, ਇਹ ਬੁੱਕ ਦਾ ਕਿੰਨਾ ਕੁ ਮਹੱਤਵ ਹੋ ਸਕਦਾ? ਦੀਪਕ ਜੀ ਤੁਹਾਡੇ ਤੋਂ ਪੁੱਛੂੰਗੀ ਮੈਂ। ਹਾਂਜੀ, ਇਹ ਬੁੱਕ ਕਿਉਂਕਿ ਉਹ ਸਾਰਾ ਕੁਝ ਜਿੱਦਾਂ ਉਹਨਾਂ ਨੇ ਇੱਕ ਕਲੀ ਕੇ ਕੁੱਜੇ ਦੇ ਵਿੱਚ ਸਮੁੰਦਰ ਹੀ ਬੰਦ ਕਰ ਦਿੱਤਾ ਉਹਨਾਂ ਨੇ। ਆਪਦੀ ਜ਼ਿੰਦਗੀ ਦਾ ਹਰ ਪਲ ਜਿਹੜਾ ਸੀ, ਹਰ ਜਿਹੜੇ ਇੰਪੋਰਟੈਂਟ ਪਲ ਸਨ, ਉਹ ਸਾਰੇ ਇਹਨਾਂ ਨੇ ਇਹਦੇ ਵਿੱਚ ਅੰਕਿਤ ਕੀਤੇ ਹੈਗੇ ਆ ਜੀ। ਤਾਂ ਸੇਖਾ ਸਾਹਿਬ ਨੇ ਜਿੱਦਾਂ ਕਿਹਾ ਕਿ ਉਹ ਇੰਡੀਆ ਦੇ ਵਿੱਚ ਜਿਹੜੀ ਉਹਨਾਂ ਦੀਆਂ ਸਰਗਰਮੀਆਂ ਸਨ, ਤਾਂ ਉਹ ਬਹੁਤ ਜ਼ਿਆਦਾ ਸਕੂਲ ਦੇ ਤਾਂ ਉਹ ਬਹੁਤ ਘੱਟ ਪੜ੍ਹੇ ਹੈਗੇ ਆ, ਲੇਕਿਨ ਉਹ ਸ਼ੁਰੂ ਤੋਂ ਹੀ ਇਸ ਸਿਆਸੀ ਸਰਗਰਮੀਆਂ ਦੇ ਵਿੱਚ ਉਹ ਜੁੜ ਗਏ ਸਨ। ਤਾਂ ਉੱਥੇ ਉਸ ਵਕਤ ਇੰਡੀਆ ਦੇ ਵਿੱਚ ਜਿਹੜੀ ਉਸ ਵਕਤ ਆਜ਼ਾਦੀ ਦੀ ਲਹਿਰ ਚੱਲ ਰਹੀ ਸੀਗੀ, ਤੇ ਕਾਂਗਰਸ ਦੀ, ਮੁਸਲਿਮ ਲੀਗ, ਫਿਰ ਸਾਡੀਆਂ ਜਿਹੜੀ ਕਮਿਊਨਿਸਟ ਪਾਰਟੀਆਂ ਸਨ, ਉਹਨਾਂ ਨੂੰ ਇਹਨਾਂ ਨੇ ਬਹੁਤ ਨੇੜਿਓਂ ਤੱਕਿਆ, ਉਹਨਾਂ ਦੇ ਵਿੱਚ ਰਹਿ ਕੇ। ਤੇ ਮੈਂ ਇੱਕ ਆਪਣੇ ਆਰਟੀਕਲ ਦੇ ਵਿੱਚ ਲਿਖਿਆ ਹੈਗਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ, ਅਸੀਂ ਜਿਹੜਾ ਇਤਿਹਾਸ ਹੈਗਾ ਸਾਡਾ, ਉਹ ਅਸੀਂ ਸਾਨੂੰ ਜਿਹੜਾ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈਗਾ ਉਹ ਵੱਖਰਾ ਹੁੰਦਾ, ਪਰ ਜਿਹੜਾ ਇਤਿਹਾਸ ਲੋਕਾਂ ਜਿਸ ਬੰਦੇ ਨੇ ਆਪਦੇ ਅੱਖੀਂ ਦੇਖਿਆ, ਉਹਨਾਂ ਚਸ਼ਮਦੀਦ ਗਵਾਹ ਹੁੰਦੇ ਹੈਗੇ ਆ, ਉਹ ਅਸਲੀ ਇਤਿਹਾਸ ਆ। ਉਹ ਅਸਲੀ ਇਤਿਹਾਸ ਜਿਹੜਾ ਇਸ ਬੁੱਕ ਦੇ ਵਿੱਚ ਹੈ ਜੀ। ਹਾਂਜੀ, ਸੋ ਇਹ ਬੁੱਕ ਮੈਂ ਸਿਰਫ ਇਹ ਕਹਾਂਗਾ ਕਿ ਇਹ ਸਿਰਫ ਇੱਕ ਇਹ ਨਹੀਂ ਕਹਿਣਾ ਕਿ ਵੀ ਉਹ ਉਹਨਾਂ ਦੀ ਇੱਕ ਸਵੈ ਜੀਵਨੀ ਹੈਗੀ ਆ, ਇਹ ਸਵੈ ਜੀਵਨ ਦੇ ਨਾਲ ਅਸਲ ਦੇ ਵਿੱਚ ਇੱਕ ਰੀਅਲੀ ਇਤਿਹਾਸਕ ਦਸਤਾਵੇਜ਼ ਵੀ ਹੈ। ਹਾਂਜੀ, ਤਾਂ ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਸ਼ਮਸ਼ੇਰ ਹੋਰਾਂ ਦੀਆਂ ਹੈਗੀਆਂ, ਤੇ ਮੈਂ ਕਹੂੰਗਾ ਕਿ ਜਿਹੜੀ ਅਸਲ ਜਿਹੜੀ ਸਾਂਭਣਯੋਗ ਜਿਹੜੀ ਦਸਤਾਵੇਜ਼ ਹੈਗੀ ਆ, ਲੰਡਨ ਦੇ ਸ਼ਹੀਦ, ਜਿਹਦੇ 'ਚ ਮਦਨ ਲਾਲ ਢੀਂਗੜਾ ਤੇ ਆਪਣੇ ਸ਼ਹੀਦ ਊਧਮ ਸਿੰਘ ਦੀ ਜਿਹੜੀ ਉਹਨਾਂ ਦੀ ਦੋਹਾਂ ਦੀ ਲਾਈਫ ਜਿਹੜੀ ਇਹਦੇ ਵਿੱਚ ਹੈਗੀ, ਉਹਨਾਂ ਬਾਰੇ ਉਸ ਵਕਤ ਸਿਆਸੀ ਕੀ ਹਾਲਾਤ ਸਨ। ਇਹ ਕਿਤਾਬ ਜਿਹੜੀ ਹੈਗੀ ਹੈ ਮੈਂ ਇਸ ਕਰਕੇ ਨਾਲ ਅੱਜ ਲੈ ਕੇ ਆਇਆ ਹੈਗਾ ਇਨ ਪਾਰਟਿਕੂਲਰ, ਕਿ ਜਦੋਂ ਇਹ ਕਿਤਾਬ ਲੰਡਨ ਦੇ ਵਿੱਚ ਉਹਨਾਂ ਨੇ ਮਤਲਬ ਰਹਿ ਕੇ ਲਿਖੀ ਹੈਗੀ ਹੈ, ਉਸ ਵਕਤ ਸਾਡੇ ਕੋਲ ਅੱਜ ਕੱਲ੍ਹ ਤਾਂ ਮੀਡੀਆ ਹੈਗਾ, ਬਿਲਕੁਲ ਜੀ, ਅਸੀਂ ਜਰਾ ਕੁ ਲੋੜ ਹੁੰਦੀ ਸਾਨੂੰ ਤੇ ਅਸੀਂ ਉਹਦੇ 'ਚ ਆਪਣੇ 'ਚ ਸਰਚ ਵਿੱਚ ਪਾਓ ਗੂਗਲ ਤੇ, ਤੁਹਾਨੂੰ ਇਨਫੋਰਮੇਸ਼ਨ ਆ ਜਾਂਦੀ ਹੈ। ਉਸ ਵਕਤ ਇਹ ਗਲੀ ਗਲੀ, ਦਫ਼ਤਰ ਜਾ ਕੇ ਪੀਸ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਕੇ ਉਸ ਤਰ੍ਹਾਂ ਮਤਲਬ ਬੁੱਕ ਨੂੰ ਮਤਲਬ ਲਿਆਉਣਾ, ਇਹ ਮੇਰੇ ਖਿਆਲ ਦੇ ਵਿੱਚ ਇਹ ਅੱਜ ਕੱਲ੍ਹ ਕਿਸੇ ਦੇ ਵਾਸਤੇ ਰੋਕ ਨਹੀਂ ਹੈ। ਸੌਖਾ ਕੰਮ ਨਹੀਂ ਬੁੱਕ ਲਿਖਣਾ। ਆਪਾਂ ਕਹਿ ਦਿੰਦੇ ਆ ਕਿ ਬੁੱਕ ਲਿਖ ਦਿੱਤੀ ਆ, ਪਰ ਬੁੱਕ ਲਿਖਣਾ ਉਹਦੇ ਪਿੱਛੇ ਕਿੰਨੀ ਤੁਹਾਨੂੰ ਸਰਚ ਕਰਨੀ ਪੈਂਦੀ ਆ, ਉਹਨੂੰ ਲਿਖਣ ਦੇ ਪਿੱਛੇ ਤੁਹਾਨੂੰ ਆਪ ਨੂੰ ਪਹਿਲਾਂ ਸਮਝਣਾ ਪੈਂਦਾ, ਉਸ ਚੀਜ਼ ਨੂੰ ਤੁਹਾਨੂੰ ਆਪ ਨੂੰ ਉਸ ਥਾਂ ਦੇ ਉੱਤੇ ਰੱਖ ਕੇ ਸੋਚਣਾ ਪੈਂਦਾ। ਫਿਰ ਤੁਹਾਨੂੰ ਇਹ ਨਹੀਂ ਕਿ ਸਿਰਫ ਤੁਸੀਂ ਆਪਣੀ ਸੋਚ ਹੀ ਲਿਖੋ, ਜੋ ਦੂਜੇ ਲੋਕ ਸੋਚ ਰਹੇ ਸੀ ਤੁਹਾਨੂੰ ਉਹਨਾਂ ਦੀ ਸੋਚ ਵੀ ਸਮਝਣੀ ਪੈਂਦੀ ਹੈ। ਸੋ ਸੌਖਾ ਕੰਮ ਨਹੀਂ ਇੱਕ ਬੁੱਕ ਨੂੰ
ਨੂੰ ਲਿਖਣਾ। ਪਰ ਹੁਣ ਸੇਖਾ ਸਾਹਿਬ ਮੈਂ ਤੁਹਾਡੇ ਤੋਂ ਪੁੱਛੂੰਗੀ, ਜਦੋਂ ਕਿਤਾਬਾਂ ਦੇ ਮਹੱਤਵ ਦੀ ਗੱਲ ਆ ਜਾਂਦੀ ਹੈ ਨਾ, ਗੱਲ ਚਾਹੇ ਅਸੀਂ ਅੱਜ ਸਿਰਫ ਤੇ ਸਿਰਫ ਸ਼ਮਸ਼ੇਰ ਸਾਹਿਬ ਹੋਣਾ ਦੀ ਕਰ ਰਹੇ ਹਾਂ, ਪਰ ਫਿਰ ਵੀ ਕਿਤਾਬਾਂ ਦਾ ਕਿੰਨਾ ਕੁ ਮਹੱਤਵ ਹੈ ਜ਼ਿੰਦਗੀ ਦੇ ਵਿੱਚ? ਕਿਉਂਕਿ ਅੱਜ ਕੱਲ ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਸਰਚ ਚ ਪਾਉਂਦੇ ਹਾਂ, ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ, ਫਿਰ ਕਈ ਵਾਰ ਅਸੀਂ ਕਿਤਾਬਾਂ ਨੂੰ ਭੁੱਲਦੇ ਆ ਰਹੇ ਹਾਂ। ਕਿੰਨਾ ਕੁ ਮਹੱਤਵ ਹੈ ਜੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ? ਅਸਲ 'ਚ ਜਿਹੜੀ ਹੈ ਨਾ, ਮੈਂ ਸਮਝਦਾ ਵੀ ਕਿਤਾਬ ਹੀ ਜ਼ਿੰਦਗੀ ਹੈ। ਅਸੀਂ ਇੰਟਰਨੈਟ ਤੇ ਬੈਠਾਂਗੇ, ਅੱਧਾ ਘੰਟਾ ਬੈਠਾਂਗੇ, ਬੈਠਾਂਗੇ, ਸਾਡੀਆਂ ਔਖਾ ਇਹ ਹੋ ਜੂਗੀ, ਛੱਡ ਦਿਆਂਗੇ ਪੜ੍ਹਨਾ। ਪਰ ਜਦੋਂ ਕਿਤਾਬ ਪੜ੍ਹੋਗੇ ਤੁਹਾਨੂੰ ਇੰਨੇ ਇੰਟਰਸਟ ਲੱਗੇਗਾ, ਉਸ ਦੇ ਵਿੱਚ ਇੰਨਾ ਖੁੱਭ ਜਾਓਗੇ ਕਿ ਤੁਸੀਂ ਨਾਲ ਜੇਬ 'ਚ ਪਾ ਕੇ ਵੀ ਲੈ ਜਾਓਗੇ, ਕਿਸੇ ਥਾਂ 'ਤੇ ਜਿੱਥੇ ਵੀ ਜਾਣਾ ਹੈਗਾ ਲੈ ਜਾਓਗੇ। ਸੋ ਚੰਗੀ ਕਿਤਾਬ ਜਿਹੜੀ ਹੈ ਉਹ ਇੱਕ ਦੋਸਤ ਦਾ ਕੰਮ ਦਿੰਦੀ ਹੈ। ਸੋ ਕਿਤਾਬ ਜਿਹੜੀ ਹੈਗੀ, ਔਰ ਮੈਂ ਜਿਹੜੀ ਦੱਸਣ ਲੱਗਿਆ ਵੀ ਇਹ ਜਿਹੜੀ ਸੀ ਕਿਤਾਬ ਜਿਹੜੀ ਹੈ ਨਾ, ਬੀਤੇ ਦਾ ਸਫ਼ਰ, ਇਹ ਤਾਂ ਅਜਿਹੀ ਕਿਤਾਬ ਹੈ ਵੀ ਇਸ ਨੂੰ ਜਿੱਥੋਂ ਖੋਲ੍ਹ ਕੇ ਪੜ੍ਹੋਗੇ ਤਾਂ ਉੱਥੇ ਤੁਹਾਨੂੰ ਲੱਗੇਗਾ ਵੀ ਹਾਂ ਵੀ ਆਹ ਗੱਲ ਤਾਂ ਜਿਹੜੀ ਹੈ ਨਾ ਕਮਾਲ ਆ, ਉਸ ਵੇਲੇ ਆਹ ਵੀ ਗੱਲ ਹੁੰਦੀ ਸੀ ਜੀ। ਜੇ ਸੋ ਇਹਦੇ 'ਚ ਉਹਨਾਂ ਨੇ ਆਪਦੀ ਜੀਵਨੀ ਦਾ ਜਿਹੜਾ ਸਾਰਾ ਨਿਚੋੜ ਪਾ ਕੇ ਇਹਦੇ ਵਿੱਚ ਰੱਖ ਦਿੱਤਾ ਹੈਗਾ। ਤੇ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਸਾਡੇ ਜੀਵਨ ਨੂੰ ਇੱਕ ਸੇਧ ਦੇਣ ਵਾਲੀਆਂ। ਅਸੀਂ ਜੇ ਕਿਤਾਬਾਂ ਨਹੀਂ ਪੜ੍ਹਦੇ ਤਾਂ ਕਿਤਾਬਾਂ ਦਾ ਸਾਨੂੰ ਇਹ ਨਹੀਂ ਵੀ ਜੀਵਨ ਦੇ ਵਿੱਚ ਅਸੀਂ ਕੀ ਹੈਗਾ, ਤੁਸੀਂ ਸਮਾਜ ਦੇ ਵਿੱਚ ਵਿਚਰਦੇ ਆ, ਤੁਹਾਨੂੰ ਉੱਥੋਂ ਬਹੁਤ ਕੁਝ ਮਿਲਦਾ ਹੈ, ਪਰ ਉਸ ਦੇ ਨਾਲ ਕਿਤਾਬਾਂ ਦੇ ਵਿੱਚੋਂ ਵੀ ਹੋਰ ਬਹੁਤ ਕੁਝ ਮਿਲਦਾ ਹੈ ਜਿਹੜਾ ਤੁਸੀਂ ਕਿਸੇ ਥਾਂ 'ਤੇ ਜਾਂਦੇ ਨਹੀਂ, ਤੁਹਾਨੂੰ ਉਸ ਦਾ ਹੈਗਾ। ਜੇ ਹੁਣ ਇਹਦੇ 'ਚ ਹੈਗਾ, ਜਦੋਂ ਉਹ ਰਸ਼ੀਆ ਦੀ ਗੱਲ ਕਰਦੇ, ਇਹਦੇ ਵਿੱਚ ਇਹ ਰਸ਼ੀਆ ਜਾਂਦੇ ਆ ਤਾਂ ਸਾਨੂੰ ਅਸੀਂ ਇਸ 'ਤੇ ਵੀ ਉਹ ਸਾਨੂੰ ਦਿਸਦਾ ਹੈਗਾ ਵੀ ਰਸ਼ੀਆ ਦੇ ਵਿੱਚ ਕੀ ਕੁਝ ਹੋ ਰਿਹਾ, ਕਿਸ ਤਰ੍ਹਾਂ ਦਾ ਹੋ ਗਿਆ, ਸਾਨੂੰ ਹਰ ਥਾਂ 'ਤੇ ਉਸ ਦੇ ਬਾਰੇ। ਇਸ ਕਰਕੇ ਸਾਨੂੰ ਕਿਤਾਬਾਂ ਬਹੁਤ ਕੁਝ ਸਿਖਾਉਂਦੀਆਂ ਤੇ ਕਿਤਾਬ ਦੀ ਬੜੀ ਮਹੱਤਤਾ ਹੈ। ਕਿਤਾਬ ਜਿਹੜੀ ਹੈ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ, ਤੇ ਮੈਂ ਸਮਝਦਾ ਵੀ ਹਰ ਘਰ ਦੇ ਵਿੱਚ ਕਿਤਾਬਾਂ ਜਿਹੜੀਆਂ ਨਾ, ਇੱਕ ਲਾਇਬ੍ਰੇਰੀ, ਛੋਟੀ ਲਾਇਬ੍ਰੇਰੀ ਹੋਵੇ, ਵੱਡੀ ਲਾਇਬ੍ਰੇਰੀ ਹੋਵੇ, ਹੋਣੀ ਚਾਹੀਦੀ। ਬਿਲਕੁਲ ਜੀ, ਸਾਨੂੰ ਆਦਤ ਪਾਉਣੀ ਚਾਹੀਦੀ ਹੈ ਕਿਤਾਬਾਂ ਦੀ। ਜਦੋਂ ਕਿਤਾਬਾਂ ਦੀ ਗੱਲ ਆਉਂਦੀ ਹੈ ਤਾਂ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਖਾਸ ਕਰਕੇ ਉਹ ਤਾਂ ਪੜ੍ਹਦੇ ਨੇ, ਪਰ ਜਦੋਂ ਅਸੀਂ ਕਿਤਾਬਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਹਾਂ ਨਾ, ਤੇ ਕਿਤੇ ਨਾ ਕਿਤੇ ਅਸੀਂ ਅਸਫਲ ਜਿਹੜੇ ਲੱਗਦੇ ਹੁੰਦੇ ਹਾਂ ਕਿ ਸਾਡੀ ਕੋਸ਼ਿਸ਼ ਹੈ ਜਿਹੜੀ ਉਹ ਅਸਫਲਤਾ ਦੇ ਵੱਲ ਵੱਧ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜ਼ਰੂਰੀ ਹੈ ਅੱਜ ਦੀ ਜਨਰੇਸ਼ਨ ਤੱਕ ਕਿਤਾਬਾਂ ਨੂੰ ਪਹੁੰਚਾਉਣਾ, ਖਾਸ ਕਰਕੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਪਹੁੰਚਾਉਣਾ? ਮੈਂ ਤਾਂ ਇਹ ਕਹੂੰਗਾ ਕਿ ਵੀ ਜਿਵੇਂ ਸੇਖਾ ਸਾਹਿਬ ਨੇ ਕਿਹਾ ਕਿਤਾਬਾਂ ਦੀ ਜਿਹੜੀ ਇੰਪੋਰਟੈਂਸ ਕਿੰਨੀ ਹੈਗੀ ਲਾਈਫ 'ਤੇ, ਅਸੀਂ ਕਿਤਾਬਾਂ ਪੜ੍ਹ ਕੇ ਹੀ ਤਾਂ ਇੱਥੋਂ ਤੱਕ ਪਹੁੰਚੇ ਹਾਂ। ਅਸੀਂ ਸਕੂਲ ਦੇ ਵਿੱਚ ਜਿਹੜੀ ਆਪਣੇ ਉਹ ਜਿਹੜੀ ਆਪਣਾ ਕਿ ਬਾਲ ਬੋਧ ਹੁੰਦਾ, ਜਿਹੜਾ ਕਾਇਦਾ ਤੋਂ ਸ਼ੁਰੂ ਕਰਕੇ ਅਸੀਂ ਮਤਲਬ ਜਿਹੜੀਆਂ ਵੱਡੀਆਂ ਵੱਡੀਆਂ ਇੰਜੀਨੀਅਰਿੰਗ ਤੱਕ ਜਿਹੜੀ ਪਹੁੰਚੇ ਹੈਗੇ ਆ, ਜਾਂ ਕਿਸੇ ਕੋਈ ਅਧਿਆਪਨ ਦੇ ਕਿੱਤੇ ਵਿੱਚ ਕੋਈ ਆਪਣੇ 'ਚ ਪਹੁੰਚਿਆ ਹੈਗਾ, ਉਹ ਅਸੀਂ ਇਹ ਕਿਤਾਬਾਂ ਹੀ ਸਨ। ਉਨੀ ਦਿਨੀ ਕੰਪਿਊਟਰ ਨਹੀਂ ਹੁੰਦੇ ਸਨ। ਠੀਕ ਹੈ, ਹੁਣ ਵੱਖਰੀ ਗੱਲ ਹੈਗੀ ਕਿ ਥੋੜਾ ਟਾਈਮ ਚੇਂਜ ਹੋ ਗਿਆ, ਲੇਕਿਨ ਕਿਤਾਬਾਂ ਫਿਰ ਵੀ ਜਿਵੇਂ ਇੱਕ ਸੱਜਣ ਨੇ ਕਿਹਾ ਹੈ ਕਿ ਕਿਤਾਬਾਂ ਜਿਹੜੀਆਂ ਹੈਗੀਆਂ ਨਾ, ਉਹ ਚਾਹੇ ਤੁਹਾਡੇ ਵਿਚਾਰਾਂ ਦੇ ਵਿਰੋਧੀ ਵੀ ਹੋਣ, ਪਰ ਉਹ ਫਿਰ ਵੀ ਤੁਹਾਡੀ ਮਤਲਬ ਅਸਲ ਦੇ ਵਿੱਚ ਉਹ ਤੁਹਾਡੇ ਵਾਸਤੇ ਚੰਗੀਆਂ ਹੀ ਹੈਗੀਆਂ। ਜੀ ਬਿਲਕੁਲ ਜੀ। ਸੋ ਬਹੁਤ ਨੌਲੇਜ ਮਿਲਦੀ ਹੈ। ਤੁਹਾਡੀ ਇੱਕ ਜਿਹੜੀ ਇਸੇ ਗੱਲ ਦੇ ਵਿੱਚੋਂ ਨਿਕਲਦੀ ਹੈ ਗੱਲ ਨਾ, ਜਦੋਂ ਤੁਸੀਂ ਕਿਹਾ ਵੀ ਪੰਜਾਬੀ ਦੇ ਇੱਥੇ ਦੇਖਦੇ ਆ ਛੋਟੇ ਸਕੂਲ ਦੇ ਵਿੱਚ ਜਾਂਦੇ ਆ, ਨਿੱਕੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਕਿਤਾਬਾਂ ਪੜ੍ਹਾਈ ਜਾਂਦੀਆਂ, ਉਹਨਾਂ ਨੂੰ ਸਟਾਰ ਦਿੱਤੇ ਜਾਂਦੇ ਆ ਵੀ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਦੱਸੋ। ਉਹਨਾਂ ਨੂੰ ਕਿਤਾਬਾਂ ਵਾਲੇ ਪਾਸੇ ਲਾ ਦਿੱਤਾ ਜਾਂਦਾ ਹੈ। ਇੱਥੋਂ ਦੇ ਬੱਚੇ ਜਿਹੜੇ ਆ ਕਿਤਾਬਾਂ ਪੜ੍ਹਦੇ ਆ, ਉਹਨਾਂ ਨੂੰ ਸ਼ੌਕ ਹੈ ਚੰਗਾ, ਵੱਡੇ ਹੋਏ ਵੀ ਹਰ ਇੱਕ ਦੇ ਕਿਤਾਬ ਲੈਂਦੇ ਹੱਥ 'ਚ ਹੁੰਦੀ ਆ। ਜਦੋਂ ਅਸੀਂ ਕਿਸੇ ਪਾਸੇ ਜਾਂਦੇ ਹੈਗੇ ਇਸ ਸਫ਼ਰ ਦੇ ਵਿੱਚ, ਹਰ ਇੱਕ ਦੇ ਕਿਤਾਬ ਦੇ ਹੱਥ 'ਚ ਹੁੰਦੀ ਕਿਤਾਬ ਹੁੰਦੀ ਹੈ, ਅਤੇ ਅਸੀਂ ਇੱਕ ਦੂਜੇ ਦੇ ਵੇਖ ਵੱਲ ਝਾਕ ਰਹੇ ਹੁੰਦੇ ਹਾਂ, ਅਤੇ ਜਾਂ ਜੇ ਦੋ ਜਣੇ ਹੈਗੇ ਤਾਂ ਗੱਲਾਂ ਮਾਰੀ ਜਾਂਦੇ ਹਾਂ। ਇਹ ਸਾਡੀ 'ਚ ਕਮਜ਼ੋਰੀ ਹੈ ਕਿ ਸਾਨੂੰ ਜਿਹੜੀ ਹੈ ਨਾ ਮੁੱਢ ਤੋਂ ਕਿਤਾਬ ਦੇ ਲੜ ਨਹੀਂ ਲਾਇਆ ਗਿਆ। ਜੇ ਕਿਤਾਬ ਦੇ ਲੜ ਲਾਇਆ ਜਾਂਦਾ ਤਾਂ ਬਹੁਤ ਸੀਗਾ। ਹੁਣ ਅਸੀਂ ਤੱਪੜਾਂ ਦੇ ਸਕੂਲਾਂ 'ਚੋਂ ਪੜ੍ਹਦੇ ਆਏ ਅਤੇ ਆਪਦਾ ਜਿੰਨਾ ਕੁ ਸਿੱਖਿਆ ਉਹ ਜਦੋਂ ਅਸੀਂ ਕਿਤਾਬਾਂ ਦੇ ਲੜ ਲੱਗ ਗਏ ਤਾਂ ਇਸ ਪਾਸੇ 'ਤੇ ਤਾਂ ਆਏ। ਸਿੱਖ ਸਾਹਿਬ ਤੇ ਦੀਪਕ ਜੀ, ਇਹ ਨਾ ਸੱਚੀ ਮੁੱਚੀ ਤੁਸੀਂ ਕਹਿੰਦੇ ਲੜ ਨਹੀਂ ਲਗਾਇਆ ਗਿਆ ਸਾਨੂੰ। ਕਈ ਲੋਕ ਜਿਹੜੇ ਪੜ੍ਹਦੇ ਆ ਨਾ ਕਿਤਾਬਾਂ, ਉਹਨਾਂ ਨੂੰ ਕਿਤਾਬ ਪੜ੍ਹੇ ਬਿਨਾਂ ਨੀਂਦ ਨਹੀਂ ਆਉਂਦੀ। ਉਹ ਕਹਿੰਦੇ ਇੱਕ ਸਫ਼ਾ ਪੜ੍ਹੀਏ, ਦੋ ਪੜ੍ਹੀਏ, ਪਰ ਅਸੀਂ ਪੜ੍ਹ ਕੇ ਸੌਂਦੇ ਆ। ਸੋ ਇਹ ਹੈ ਕਿ ਆਦਤ ਜ਼ਰੂਰੀ ਹੈ ਸਾਨੂੰ ਪਾਉਣੀ। ਐਡਿਕਸ਼ਨ ਵਾਂਗੂ ਹੈ ਜੀ, ਜਿੱਦਾਂ ਅਸੀਂ ਐਡਿਕਸ਼ਨ ਦੇ ਅਸੀਂ ਸ਼ਿਕਾਰ ਹੈਗੇ ਆ। ਅਸੀਂ ਮਤਲਬ ਕਿ
ਜਿੰਨੀ ਦੇਰ ਤੱਕ ਰਾਤ ਨੂੰ 2-4 ਪੇਜ ਕਿਸੇ ਵੀ ਬੁੱਕ ਦੇ, ਚਾਹੇ ਮੈਗਜ਼ੀਨ ਹੈ ਚਾਹੇ ਕੋਈ ਕਿਤਾਬ ਹੈਗੀ ਆ, ਜਿੰਨੇ ਚਿਰ ਪੜ੍ਹੀਏ ਨਾ ਉਨੀ ਦੇਰ ਤੱਕ ਨੀਂਦ ਨਹੀਂ ਆਉਂਦੀ। ਇਹ ਅਸਲ 'ਚ ਸੱਚਮੁੱਚ ਸੱਚ ਹੈ, ਇਹ ਇੱਕ ਸੱਚਾਈ ਹੈ, ਪਰ ਸੱਚਮੁੱਚ ਸਾਨੂੰ ਕਿਤਾਬਾਂ ਦੇ ਵੱਲ ਵਧਣਾ ਚਾਹੀਦਾ। ਹੁਣ ਇਹ ਜਿਹੜੀ ਬੁੱਕ ਹੈਗੀ ਹੈ ਬੀਤੇ ਦਾ ਸਫ਼ਰ, ਇਹ ਰਿਲੀਜ਼ ਹੋ ਰਹੀ ਹੈ ਜੀ, ਕਿਵੇਂ ਹੋ ਰਹੀ ਹੈ? ਰਿਲੀਜ਼ ਦੇ ਬਾਰੇ ਦੱਸੋ ਜੀ। ਹਾਂਜੀ, ਇਹਦਾ ਰਿਲੀਜ਼ ਦਾ ਜਿਹੜਾ ਫੰਕਸ਼ਨ ਹੈਗਾ ਉਹ ਤੁਸੀਂ ਦੱਸੋਗੇ? ਹਾਂਜੀ, ਇਹ 10 ਤਾਰੀਖ ਨੂੰ ਜੀ ਪੰਜਾਬ ਭਵਨ ਜੀ ਜਿਹੜਾ ਸੁੱਖੀ ਬਾਟ ਮੋਟਰਸ ਜੀ 154-37 ਆਪਣੇ 154-53 ਫਰੇਜ਼ਰ ਹਾਈਵੇ, ਅਸੀਂ ਪੋਸਟਰ ਵੀ ਨਾਲ ਦਿਖਾ ਦਿੰਦੇ ਆ ਜੀ, ਸੋ ਉੱਥੇ ਪਹੁੰਚਿਆ ਜਾ ਸਕਦਾ। ਕੌਣ ਪਹੁੰਚ ਸਕਦਾ ਜੀ? ਹਾਂਜੀ, ਉੱਥੇ ਜਿਹੜਾ ਹੈਗਾ ਇਹ 2 ਵਜੇ ਤੋਂ 5 ਵਜੇ ਤੱਕ ਪ੍ਰੋਗਰਾਮ ਹੈ, ਪਰ 1:30 ਵਜੇ ਘਰਦਿਆਂ ਵੱਲੋਂ, ਪਰਿਵਾਰ ਵੱਲੋਂ, ਉਹਨਾਂ ਦੀ ਇੱਕੋ ਇੱਕ ਲੜਕੀ ਊਸ਼ਮਾ ਦਾ ਨਾਮ, ਤੇ ਉਹਨਾਂ ਪਰਿਵਾਰ ਵੱਲੋਂ ਇਹ ਸਾਰਾ ਪ੍ਰੋਗਰਾਮ ਰਚਾਇਆ ਜਾ ਰਿਹਾ। ਇਹ ਕਿਤਾਬ ਨੂੰ ਕਿਉਂਕਿ ਉਹਨਾਂ ਦੀ ਜ਼ਿੰਦਗੀ ਤੋਂ ਬਾਅਦ ਆਈ ਹੈ, ਤਾਂ ਇਸ ਕਰਕੇ ਉਹ ਸਾਰਾ ਇਸ ਦਾ ਪ੍ਰਬੰਧ ਕਰ ਰਹੇ ਨੇ। ਤਾਂ ਉਸ ਵਾਸਤੇ ਉਹਨਾਂ ਨੇ ਚਾਹ ਪਾਣੀ ਦਾ ਪ੍ਰਬੰਧ ਕੀਤਾ, ਸਨੈਕਸ ਦਾ ਪ੍ਰਬੰਧ ਕੀਤਾ ਹੋਇਆ। ਉਹ 1:30 ਵਜੇ ਸ਼ੁਰੂ ਹੋ ਜਾਏਗਾ ਤੇ 2 ਵਜੇ ਤੋਂ ਬਾਅਦ ਠੀਕ 2 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਤਾਂ ਉਸ ਦੇ ਬਾਰੇ ਜਿਹੜੇ ਹੈਗੇ ਨੇ ਵੀ ਕਿਹਨੇ ਕੌਣਾ ਕੀ ਉਹ ਜੀ ਬਿਲਕੁਲ ਜੀ, ਰੂਪਰੇਖਾ ਕੀ ਹੈ ਜੀ ਪ੍ਰੋਗਰਾਮ ਦੀ? ਹਾਂਜੀ, ਉਹ ਰੂਪਰੇਖਾ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਮਤਲਬ ਕਿ ਸ਼ੁਰੂ ਦੇ ਵਿੱਚ ਕੁਝ ਸਵਾਗਤੀ ਸ਼ਬਦ ਜਿਹੜੇ ਹੈਗੇ ਆ ਉਹ ਸੁੱਖੀ ਬਾਟ ਜੀ ਹੋਣੀ, ਉਹ ਐਕਚੁਅਲੀ ਨਾ ਨੁੱਕਰ ਜੀ ਕਰਦੇ ਸੀ। ਮੈਂ ਹੀ ਉਹਨਾਂ ਨੂੰ ਕਿਹਾ ਵੀ ਤੁਸੀਂ, ਕਿਉਂਕਿ ਅਸੀਂ ਤੁਹਾਡੀ ਜਿਹੜੀ ਫੈਸਿਲਿਟੀ ਯੂਜ਼ ਕਰ ਰਹੇ ਹਾਂ, ਤਾਂ ਤੁਸੀਂ ਸੇ ਫਿਊ ਵਰਡਸ। ਉਹ ਕਹਿੰਦੇ ਚਲੋ ਠੀਕ ਹੈ। ਤਾਂ ਉਹ ਇੱਕ ਹੋਰ ਵੀ ਹੈਗੀ ਕਿ ਜਦੋਂ 2 ਵਜੇ ਠੀਕ 2 ਵਜੇ ਇਹ ਜਿਹੜੀ ਸਿੱਖ ਆਪਣੇ ਸ਼ਮਸ਼ੇਰ ਹੋਰਾਂ ਦੀ ਜਿਹੜੀ ਇੱਕ ਫੋਟੋ ਹੈਗੀ ਆ, ਉਹ ਸੁੱਖੀ ਬਾਟ ਹਾਲ ਆਫ ਫੇਮ ਦੇ ਵਿੱਚ ਜਿਹੜੀ ਇੰਡਕਸ਼ਨ ਉਹਦੀ ਵੀ ਉਹ ਆਪਣੀ ਸੈਰੇਮਨੀ ਕੀਤੀ ਜਾਏਗੀ। ਤਾਂ ਉਸ ਤੋਂ ਬਾਅਦ ਜਿਹੜਾ ਫਾਰਮਲ ਪ੍ਰੋਗਰਾਮ ਜਿਹੜਾ ਹੈਗਾ ਸਮਾਗਮ ਦਾ ਉਹ ਆਪਣਾ ਚੱਲੇਗਾ। ਉਹਦੇ ਵਿੱਚ ਜਿਹੜੀ ਅਸੀਂ ਪਹਿਲਾਂ ਜਿਹੜਾ ਪ੍ਰਧਾਨਗੀ ਮੰਡਲ ਹੈਗਾ, ਉਹਦੇ ਵਿੱਚ 5 ਸਾਡੇ ਬੜੇ ਮਾਣਯੋਗ ਹਸਤੀਆਂ ਹਨ। ਡਾਕਟਰ ਸਾਧੂ ਸਿੰਘ ਜੀ, ਮੈਂ ਹੁਣ ਬਹੁਤੀ ਵਿਆਖਿਆ 'ਚ ਨਹੀਂ ਜਾਵਾਂਗਾ ਕਿ ਸਾਧੂ ਸਿੰਘ ਨੂੰ ਕੌਣ ਨਹੀਂ ਜਾਣਦਾ। ਹਾਂਜੀ, ਤਾਂ ਫਿਰ ਆਪਣੇ ਡਾਕਟਰ ਰਘਬੀਰ ਸਿੰਘ ਸਿਰਜਣਾ ਜੀ, ਬਿਲਕੁਲ। ਅੱਛਾ, ਆਪਣੇ ਡਾਕਟਰ ਸੁਰਿੰਦਰ ਧੰਜਲ ਜੋ ਕੈਮਰੂਸ ਤੋਂ ਇੱਥੇ ਪਹੁੰਚ ਰਹੇ ਹੈਗੇ ਉਸ ਦਿਨ, ਉਚੇਚਾ ਉਹਨਾਂ ਨੂੰ ਮਤਲਬ ਮੇਰੀ ਬੇਨਤੀ ਤੇ ਆ ਰਹੇ ਹੈਗੇ ਆ। ਤਾਂ ਸਾਡੇ ਆਪਣੇ ਜਰਨੈਲ ਸਿੰਘ ਸੇਖਾ ਜੀ ਹੋਰੀ ਹੋਣਗੇ, ਔਰ ਦੂਸਰੇ ਜਰਨੈਲ ਸਿੰਘ ਆਰਟਿਸਟ, ਇਹ ਸਾਡੇ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਾਮਲ ਹੋਣਗੇ। ਤਾਂ ਉਹ ਮੈਂ ਇਹਨਾਂ ਬਾਰੇ ਬਹੁਤ ਕੁਝ ਬੋਲ ਸਕਦਾ, ਪਰ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਸਾਰੇ ਜਾਣਦੇ ਆ। ਬਿਲਕੁਲ ਜੀ, ਸ਼ਬਦ ਘੱਟ ਰਹਿ ਜਾਂਦੇ ਆ ਇੰਟਰੋਡਕਸ਼ਨ ਦੇਣ ਵੇਲੇ। ਤੇ ਇਹ ਪ੍ਰਧਾਨਗੀ ਮੰਡਲ ਤੋਂ ਬਿਨਾਂ ਜਿਹੜੀ ਵਿਚਾਰ ਚਰਚਾ ਦੇ ਵਿੱਚ ਜਿਹੜੇ ਆਪਣੇ ਬੜੇ ਸਤਿਕਾਰਤ ਜਿਹੜੇ ਮੈਂਬਰ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਆਪਣੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਡਾਕਟਰ ਸਾਧੂ ਬਿਨਿੰਗ, ਅਜਮੇਰ ਰੋਡੇ, ਸੋਹਣ ਸਿੰਘ ਪੂਨੀ, ਸਰਦਾਰ ਇੰਦਰਜੀਤ ਸਿੰਘ ਧਾਮੀ, ਸੁਖਵੰਤ ਹੁੰਦਲ, ਮੋਹਨ ਗਿੱਲ, ਅਮਰਜੀਤ ਚਾਹਲ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ, ਕਵਿੰਦਰ ਚਾਂਦ, ਤੇ ਇਹ ਸਾਰੇ ਸੱਜਣ ਜਿਹੜੇ ਹੈਗੇ ਆ ਉਹ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈਣਗੇ। ਤੇ ਬਾਕੀ ਜਿਹੜੀ ਸਟੇਜ ਦੀ ਜਿਹੜੀ ਉਹ ਡਿਊਟੀ ਹੈਗੀ ਉਹ ਦਾਸ ਮੇਰੇ ਜ਼ਿੰਮੇ ਲਾਈ ਹੈਗੀ ਬੇਟੀ ਨੇ ਸਾਡੀ ਨੇ। ਤਾਂ ਫਿਰ ਇਹ ਪ੍ਰੋਗਰਾਮ ਦੀ ਰੂਪਰੇਖਾ ਹੋਏਗੀ। ਜੀ ਬਿਲਕੁਲ ਜੀ, ਜਦੋਂ ਉਹ ਪ੍ਰੋਗਰਾਮ ਸਿਰਜੇ ਜਾਂਦੇ ਨੇ ਸੱਚਮੁੱਚ ਪਿੱਛੇ ਬਹੁਤ ਕੰਮ ਹੁੰਦਾ ਆ, ਉਹਦੇ ਪਿੱਛੇ ਬਹੁਤ ਸਾਰੇ ਜਿਵੇਂ ਇਨਵੀਟੇਸ਼ਨਸ ਵੀ ਹੁੰਦੇ ਨੇ, ਉਹਨਾਂ ਦਾ ਜ਼ਿੰਮੇਵਾਰੀਆਂ ਵੀ ਲਗਾਈਆਂ ਜਾਂਦੀਆਂ ਨੇ। ਪਰ ਇਸ ਵਿਚਕਾਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਰੇ ਨਾਮੀ ਸਾਹਿਤ ਦੇ ਵਿੱਚ ਰੁਚੀ ਰੱਖਣ ਵਾਲੇ ਲੋਕ ਨੇ, ਕੀ ਕੋਈ ਆਮ ਲੋਕ ਪਹੁੰਚ ਸਕਦੇ ਆ? ਆਮ ਜੇ ਕਿਸੇ ਨੇ ਪਹੁੰਚਣਾ, ਸਭ ਨੂੰ ਖੁੱਲਾ ਸੱਦਾ ਜੀ ਆਉਣ। ਤੇ ਪਰ ਇੱਕ ਚੀਜ਼ ਦਾ ਖਿਆਲ ਹੈ, ਕੋਵਿਡ ਦਾ ਜਿਹੜਾ ਹੈਗਾ ਜੀ, ਜਿੰਨੀ ਕੁ ਹੁਣ ਕੁਝ ਖੁੱਲ੍ਹ ਵੀ ਮਿਲ ਗਈ ਹੈ ਤੇ ਕੁਝ ਬੰਦਸ਼ਾਂ ਵੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤੇ ਆਉਣ ਜੀ ਆਇਆਂ ਨੂੰ। ਉੱਥੇ 100 ਦੇ ਕਰੀਬ ਜਿਹੜੀ ਹੈਗੀ ਹੈ ਕਪੈਸਿਟੀ ਹੈਗੀ ਹੈ, ਤੇ ਆ ਸਕਦੇ ਆ। ਜੇ ਕਿਸੇ ਨੇ ਉੱਥੇ ਪਹੁੰਚਣਾ ਤਾਂ ਉਹਦੇ ਲਈ ਪਹਿਲਾਂ ਉਹਨਾਂ ਨੂੰ ਕੋਈ ਪਹਿਲਾਂ RSVP ਦੇਣਾ ਪੈਣਾ, ਜਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦੇਣੀ ਪੈਣੀ ਹੈ, ਜਾਂ ਸਿੱਧਾ ਹੀ ਸ਼ਿਰਕਤ ਕੀਤੀ ਜਾ ਸਕਦੀ ਹੈ? ਕੋਈ ਨਹੀਂ, ਵੈਸੇ ਇਹਦੇ ਚ ਦਿੱਤੇ ਹੈਗੇ ਆ, ਨੰਬਰ ਦਿੱਤੇ ਹੋਏ ਆ ਨੇ, ਇਹਦੇ ਚ ਉਹਨਾਂ ਨਾਲ ਸੰਪਰਕ ਕਰ ਸਕਦੇ ਜੇ ਚਾਹਣ ਜਾਣਕਾਰੀ ਲੈਣੀ, ਉਂਝ ਖੁੱਲਾ ਸੱਦਾ ਹੈ ਜੀ। ਤੇ ਹੋਰ ਇਸ ਬੁੱਕ ਬਾਰੇ ਜਾਂ ਸ਼ਮਸ਼ੇਰ ਜੀ ਉਹਨਾਂ ਬਾਰੇ ਜੋ ਵੀ ਕੁਝ ਕਹਿਣਾ ਚਾਹੁੰਦੇ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ,
ਮੈਂ ਤਾਂ ਇਹ ਕਹੂੰਗਾ ਕਿ ਵੀ ਉਹ ਜਿੱਦਾਂ ਉਹਨਾਂ ਨੇ ਆਪਾਂ ਇੱਕ ਕਿਤਾਬ ਦੀ ਜਾਂ ਦੋ ਕਿਤਾਬਾਂ ਦੀ ਗੱਲ ਕੀਤੀ ਹੈਗੀ ਆ, ਉਹਨਾਂ ਨੇ ਆਪਣੇ ਜਿਹੜੀ ਜ਼ਿੰਦਗੀ ਸਾਰੀ ਆਪਣੇ ਉਹਨਾਂ ਨੇ ਨਾ ਸਿਰਫ ਲਿਟਰੇਚਰ ਨੂੰ ਹੀ ਮਤਲਬ ਡੈਡੀਕੇਟ ਕੀਤੀ ਸੀ। ਬਿਲਕੁਲ। ਤਾਂ ਸ਼ਮਸ਼ੇਰ ਜੀ ਨੇ ਮੇਰੇ ਖਿਆਲ ਦੇ ਵਿੱਚ ਕੈਨੇਡਾ ਦੇ ਵਿੱਚ ਕਿਸੇ ਬੰਦੇ ਨੇ ਉਨੀਆਂ ਕਿਤਾਬਾਂ ਨੇ ਲਿਖੀਆਂ ਹੋਣੇ ਜਿੰਨਾ ਸ਼ਮਸ਼ੇਰ ਜੀ। ਉਹਨਾਂ ਨੇ ਤਕਰੀਬਨ 1.5 ਦਰਜਨ ਤੋਂ ਵੱਧ ਕਿਤਾਬਾਂ ਜਿਹੜੀਆਂ ਪੰਜਾਬੀ ਆਪਣੇ ਮਾਂ ਬੋਲੀ ਦੀ ਝੋਲੀ ਪਾਈਆਂ ਜੀ। ਤਾਂ ਉਹਨਾਂ ਵਿੱਚੋਂ ਮੈਂ ਕੁਝ ਕੁ ਦਾ ਜ਼ਿਕਰ ਤੁਹਾਡੇ ਕੋਲੇ ਮੈਂ ਕੁਇਕਲੀ ਪੜ੍ਹ ਦਿੰਦਾ। ਤਾਂ ਉਹਨਾਂ ਜਿਵੇਂ ਆਪਾਂ ਕਹਿੰਦੇ ਕਿ ਵੱਖ-ਵੱਖ ਵਿਸ਼ਿਆਂ ਤੇ ਉਹਨਾਂ ਨੇ ਲਿਖਿਆ ਇੱਕ ਵੱਡੀ ਚੀਜ਼ ਹੈ ਵੀ ਹਰ ਬਹੁਪੱਖੀ ਹਾਂਜੀ। ਸੋ ਸ਼ਮਸ਼ੇਰ ਜੀ ਦਾ ਸੀਗਾ ਕਿ ਜਿਵੇਂ ਉਹ ਸਮਝਦੇ ਸੀ, ਮੇਰੇ ਨਾਲ ਬਹੁਤ ਵਾਰੀ ਗੱਲਾਂ ਕਰਦੇ, ਅਸੀਂ ਗੁਆਂਢੀ ਵੀ ਹਾਂ ਰਿਸ਼ਤੇਦਾਰ ਵੀ ਹਾਂ ਜੀ। ਤਾਂ ਉਹ ਕਹਿੰਦੇ ਸੀਗੇ ਕਿ ਬਈ ਅਸਲ ਦੇ ਵਿੱਚ ਜਿਹੜਾ ਇੱਕ ਸਾਹਿਤਕਾਰ ਹੈ ਨਾ, ਕਿਤਾਬਾਂ ਹੀ ਕਹਿੰਦਾ ਉਹਦਾ ਸਰਮਾਇਆ ਹੁੰਦੀਆਂ ਤੇ ਕਿਤਾਬਾਂ ਹੀ ਉਹਦੇ ਧੀ ਪੁੱਤ ਹੁੰਦੇ ਆ। ਤਾਂ ਉਹ ਬਿਲਕੁਲ ਸੱਚੀ ਗੱਲ ਹੈਗੀ ਆ। ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਸਾਰੀਆਂ ਦੇਖਦੇ ਆ ਵੀ ਉਹਨਾਂ ਨੇ ਸਾਰੀ ਆਪਣੀ ਉਮਰ ਜਿਹੜੀ ਸੀ ਇਸੇ ਪਾਸੇ ਲਾ ਦਿੱਤੀ। ਤਾਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਜਿਹੜੀਆਂ ਸੀ, ਬਾਬਾ ਹਰਨਾਮ ਸਿੰਘ ਕਾਲਾ ਸਿੰਘਿਆਂ ਦੀ ਜੀਵਨੀ, ਲੰਡਨ ਤੋਂ ਦਿੱਲੀ ਕਾਰ ਰਾਹੀਂ ਇਹ ਸਫ਼ਰਨਾਮਾ, ਓਵਰ ਟਾਈਮ ਪੀਪਲ, ਉਹ ਇੰਗਲੈਂਡ ਦੇ ਵਿੱਚ ਜਿਹੜੀ ਇੱਕ ਆਪਣੇ ਸੀਗੇ ਉੱਥੋਂ ਦੀ ਪੋਇਟਰੀ ਬਾਰੇ ਹੈਗੀ ਇਹ ਕਿਤਾਬ। ਤਾਂ ਕੁਝ ਕਵਿਤਾਵਾਂ, ਇੱਕ ਕਵਿਤਾ ਦੀ ਕਿਤਾਬ, ਲੰਡਨ ਦੇ ਸ਼ਹੀਦ ਜਿਹਦਾ ਮੈਂ ਹੁਣ ਜ਼ਿਕਰ ਕਰਕੇ ਹਟਿਆ ਜੀ, ਵਾਰਤਕ ਹੈ ਇਹ। ਬਰਤਾਨੀਆ ਵਿੱਚ ਪੰਜਾਬੀ ਜੀਵਨ ਤੇ ਸਾਹਿਤ, ਇੱਕ ਲੇਖਾਂ ਦੀ ਕਿਤਾਬ ਹੈਗੀ ਆ ਜੀ। 1919 ਦਾ ਪੰਜਾਬ, ਇਹਦੇ ਬਾਰੇ ਮੈਂ ਥੋੜਾ ਦੱਸਣਾ ਚਾਹੂੰਗਾ ਕਿ ਉਹ ਬਿਲਕੁਲ ਇਸ ਕਿਤਾਬ ਵਾਂਗੂ ਇੱਕ ਇਤਿਹਾਸਕ ਦਸਤਾਵੇਜ਼ ਹੋਊਗੀ ਜਿਹਦੇ 'ਚ ਜੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ 1919 ਦੇ ਵਿੱਚ ਜਦੋਂ ਜਲਿਆਂਵਾਲਾ ਬਾਗ ਹੋਈ ਆ, ਔਰ ਉਸ ਵਕਤ ਜਿਹੜੀ ਇੰਗਲੈਂਡ ਦੇ ਵਿੱਚ ਜਿਹੜੀ ਇੰਟੈਲੀਜੈਂਸ ਸੀਗੀ ਬ੍ਰਿਟਿਸ਼ ਦੀ ਜਿਹੜੀ ਸੀਗੀ, ਉਹ ਕੀ ਕੁਛ ਮਤਲਬ ਪਿੱਛੇ ਭੇਜਦੀ ਰਹੀ ਕਿ ਜਿਹੜੇ ਇੰਗਲੈਂਡ ਦੇ ਵਿੱਚ ਲੋਕ ਆਪਣੇ ਪੰਜਾਬੀ ਲੋਕ ਰਹਿੰਦੇ ਸੀਗੇ ਉਹਨਾਂ ਦੇ ਉੱਤੇ ਉਹ ਮਤਲਬ CID ਕਰਦੀ ਸੀਗੀ। ਤਾਂ ਉਹਦੇ ਵਿੱਚ ਕੀ ਕੁਛ ਉਹ ਦਸਤਾਵੇਜ਼ ਜਿਹੜੀ ਭੇਜਦੀ ਸੀ ਉਹਨਾਂ ਦਾ ਜ਼ਿਕਰ ਹੈਗਾ ਵੀ ਉਹ ਕਿੱਥੋਂ ਇਸੇ ਕਰਕੇ ਮੈਂ ਕਹਿੰਦਾ ਵੀ ਇਹਨਾਂ ਦੀ ਜਿਹੜੀ ਖੋਜ ਬੜੀ, ਉਹਨਾਂ ਨੇ ਜਿਹੜੀ ਦੁਰਲੱਭ ਖੋਜ ਸੀਗੀ ਉਹ ਉਹਨਾਂ ਨੇ ਮਤਲਬ ਇਹ ਕੀਤੀ ਇਹਨਾਂ ਕਿਤਾਬਾਂ ਦੇ ਵਿੱਚ ਜੀ। ਉਸ ਤੋਂ ਅੱਗੇ ਆਉਂਦਾ ਜੀ ਕਈ ਪਰਤਾਂ ਦੇ ਲੋਕ, ਇਹ ਅੰਗਰੇਜ਼ੀ ਤੋਂ ਅਨੁਵਾਦ ਹੈ ਜੀ। ਤਾਂ ਫੈਜ਼ ਅਹਿਮਦ ਫੈਜ਼ ਦੇ ਖਤ ਬੇਗਮ ਸਰਫਰਾਜ਼ ਇਕਬਾਲ ਦੇ ਨਾਂ, ਇਹ ਅਨੁਵਾਦ ਉਰਦੂ ਤੋਂ ਅਨੁਵਾਦ ਉਹਨਾਂ ਨੇ ਕੀਤਾ। ਫਿਰ ਅੱਗੇ ਚੱਲ ਕੇ ਜੀ ਆਉਂਦਾ ਹੈਗਾ ਮੈਨੀਟੋਬਾ ਦਾ ਇਤਿਹਾਸ ਜੀ। ਉਹ 1993 ਦੇ ਵਿੱਚ ਉਹ ਮੈਨੀਟੋਬਾ ਵਿਨੀਪੈਗ ਦੇ ਵਿੱਚ ਆ ਗਏ ਸਨ। ਫਿਰ ਇੱਥੇ ਆਣ ਕੇ ਫਿਰ ਉਹ ਇੱਥੋਂ ਕੈਨੇਡਾ ਦੀਆਂ ਮਤਲਬ ਜਿਹੜੀਆਂ ਸਾਹਿਤਕ ਜਥੇਬੰਦੀਆਂ ਦੇ ਨਾਲ ਜੁੜ ਗਏ ਜੀ। ਫਿਰ ਚੀਨ ਵਿੱਚ 22 ਦਿਨ, ਇੱਕ ਡਾਇਰੀ ਉਹਨਾਂ ਦੀ, ਪਾਰਵਤੀ ਦੇ ਕੰਢੇ ਕੰਢੇ ਸਫ਼ਰਨਾਮਾ, ਤਾਂ ਸਵੈ ਜੀਵਨੀ ਰਾਲਫ ਰਸਲ ਜਿਹੜਾ ਹੈਗਾ ਉਹ ਵੈਸੇ ਤਾਂ ਉਹ ਆਪਣਾ ਗੋਰਾ ਸੀ ਲੇਕਿਨ ਉਹ ਉਰਦੂ ਦਾ ਇੱਕ ਬਹੁਤ ਮੰਨਿਆ ਸੀ। ਇਹਦੇ ਵਿੱਚ ਹਾਂਜੀ ਇਹਦੇ ਵਿੱਚ ਉਹਨਾਂ ਦਾ ਜ਼ਿਕਰ ਹੈ। ਉਹਨਾਂ ਦਾ ਫਰੈਂਡ ਸੀਗੇ, ਬਹੁਤ ਕਲੋਜ਼ ਫਰੈਂਡ ਸੀਗੇ। ਵੈਰੀ ਨਾਈਸ। ਬਲਕਿ ਰਾਲਫ ਰਸਲ ਨੇ ਇਹਨਾਂ ਨੂੰ ਇੰਗਲੈਂਡ ਦੇ ਵਿੱਚ ਸਪਾਂਸਰ ਇਹਨਾਂ ਨੇ ਕੀਤਾ ਜੀ। ਤਾਂ ਅੱਗੇ ਹੈ ਜੀ ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ, ਸੋਮ ਆਨੰਦ ਦੀਆਂ ਯਾਦਾਂ, ਉਰਦੂ ਤੋਂ ਅਨੁਵਾਦ। ਫਿਰ ਮੈਨੀਟੋਬਾ ਦਾ ਪੰਜਾਬੀ ਸਾਹਿਤ, ਇਹ ਕਾਵਿ ਤੇ ਕਹਾਣੀ ਸੰਗ੍ਰਹਿ ਹੈਗਾ। ਤਨ ਤੰਬੂਰ, ਇਹ ਮੂਲ ਲੇਖਕ ਦੇ ਸਨ ਅਹਿਮਦ ਸਲੀਮ, ਤੇ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਲਿਪੀਅੰਤਰ ਕੀਤਾ ਇਹਨਾਂ ਨੇ ਜੀ। ਫਿਰ ਹੈਗਾ ਜੀ ਗਦਰੀ ਬਾਬਾ ਹਰਜਾਪ ਸਿੰਘ ਦੀ ਜੇਲ੍ਹ ਡਾਇਰੀ ਤੇ ਹੋਰ ਲਿਖਤਾਂ ਜੀ, ਉਹਨਾਂ ਦੇ ਵਿੱਚੋਂ ਵੀ ਉਹਨਾਂ ਦੇ ਲੇਖਾਂ ਦਾ ਕੁਝ ਉਰਦੂ ਤੋਂ ਅਨੁਵਾਦ ਇਹਨਾਂ ਨੇ ਕੀਤਾ ਸੀ। ਫਿਰ ਆਫ ਕੋਰਸ ਬੀਤੇ ਦਾ ਸਫ਼ਰ, ਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਕਈ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਅਜੇ ਅਨਛਪੀਆਂ ਹੈਗੀਆਂ, ਉਹ ਜਿਨ੍ਹਾਂ ਨੂੰ ਮਤਲਬ ਕਿ ਅਸੀਂ ਹੌਲੀ ਹੌਲੀ ਆਹਿਸਤਾ ਅਸੀਂ ਉਹਨਾਂ ਨੂੰ ਉਹ ਛਾਪਣ ਦਾ ਉਪਰਾਲਾ ਕਰਾਂਗੇ। ਬਿਲਕੁਲ ਜੀ, ਕਰਨਾ ਵੀ ਚਾਹੀਦਾ ਜੀ। ਜਦੋਂ ਅਜਿਹਾ ਇੱਕ ਕੋਈ ਦੁਨੀਆ ਦੇ ਵਿੱਚ ਨਹੀਂ, ਪਰ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਜ਼ਿੰਦਾ ਰੱਖਣੀਆਂ ਉਹ ਜ਼ਰੂਰੀ ਨੇ, ਲਾਜ਼ਮੀ ਨੇ, ਸਾਡੇ ਲਈ ਵੀ, ਇਤਿਹਾਸ ਦੇ ਲਈ ਵੀ, ਸਾਹਿਤ ਦੇ ਲਈ ਵੀ, ਤੇ ਪੂਰੀ ਪੰਜਾਬੀਅਤ ਦੇ ਲਈ ਵੀ ਜ਼ਰੂਰੀ ਨੇ। ਹਾਂਜੀ, ਸਾਡੀ ਬੇਟੀ ਉਸ਼ਮਾ ਦੇ ਨਾਲ ਮੈਂ ਇਹ ਮੇਰਾ ਅਹਿਦ ਹੈ ਕਿ ਮੈਂ ਜਿਹੜੀਆਂ ਉਹ ਉਹਨਾਂ ਦੀਆਂ ਅਣਛਪੀਆਂ ਲਿਖਤਾਂ ਹੈਗੀਆਂ ਉਹਨਾਂ ਨੂੰ ਜਿਹੜੀ ਅੱਗੇ ਉਹਨਾਂ ਦੀ ਸੰਪਾਦਨਾ ਜੋ ਕੁਝ ਕਰਨਾ ਹੈਗਾ ਉਹ ਮੇਰੀ ਜ਼ਿੰਮੇਵਾਰੀ ਹੋਏਗੀ। ਹਾਂਜੀ, ਵੈਰੀ ਨਾਈਸ ਜੀ। ਤੁਸੀਂ ਕਸਬ ਕੀ ਕਹੋਗੇ ਤੁਸੀਂ? ਮੈਂ ਤਾਂ ਸ਼ਮਸ਼ੇਰ ਜੀ ਇੱਕ ਜਿਹੜੇ ਸੀਗੇ ਨਾ ਸੈਲਾਨੀ ਸੀ, ਉਹ ਜੋ ਕੁਝ ਦੇਖਦੇ ਸੀਗੇ, ਜਿਵੇਂ ਇਹ ਪਾਰਵਤੀ ਦੇ ਕੰਢੇ ਸਾਊਥ ਦੇ ਵਿੱਚ ਜਾ ਕੇ ਵੀ ਜੋ ਹੈਗਾ, ਫਿਰ ਪਹਾੜਾਂ ਦੇ ਵਿੱਚ ਜਾ ਕੇ ਸਰਦਾਰ ਸੋਭਾ ਸਿੰਘ ਹੋਣਾ ਨੂੰ ਹੈਗਾ, ਉਹ ਸਾਰਾ ਜਿਹੜਾ ਹੈਗਾ ਇੰਨਾ ਸੀ ਨਾਲ ਉਹਨੂੰ ਨੋਟ ਕਰਦੇ ਸੀ। ਨੋਟ ਕਰਕੇ ਤੇ ਫਿਰ ਉਹ
ਬਾਅਦ 'ਚ ਲਿਖਿਆ ਜਦੋਂ ਉਹਨਾਂ ਨੂੰ ਸਮਾਂ ਮਿਲਿਆ ਬਾਅਦ 'ਚ, ਪਰ ਨੋਟਸ ਜਿਹੜੇ ਸੀ ਨਾਲ ਦੀ ਨਾਲ ਲੈਂਦੇ ਸੀ, ਇੱਕ ਵੀ ਸੀ। ਫਿਰ ਸੀ ਇਹਨਾਂ ਨੇ ਜਿਹੜੇ ਸਾਹਿਤਕ ਕੰਮ ਬੜੇ ਕੀਤੇ। ਹੁਣ ਉੱਥੇ ਆਪਣੇ ਵਿਨੀਪੈਗ ਜਦੋਂ ਆ ਗਏ ਹੈ, ਉੱਥੇ ਇੱਕ ਬੜਾ ਵੱਡਾ ਕਨਵੈਨਸ਼ਨ ਸੈਂਟਰ ਬਣਾਇਆ ਹੈ, ਉੱਥੇ ਲਾਇਬ੍ਰੇਰੀ ਹੈ। ਇੱਥੇ ਆ ਕੇ ਵੀ ਉਸ ਲਾਇਬ੍ਰੇਰੀ ਨੂੰ ਕਿਤਾਬਾਂ ਇੱਥੋਂ ਇਕੱਠੀਆਂ ਕਰਕੇ ਉੱਥੇ ਟਰੱਕ ਭੇਜਿਆ ਜੀ। ਮਤਲਬ ਇਸ ਤਰ੍ਹਾਂ ਨਾਲ ਠੀਕ ਹੈ, ਜਿੰਨਾ ਚਿਰ ਇਹਨਾਂ ਦੀ ਸਿਹਤ ਠੀਕ ਰਹੀ ਤੇ ਕੰਮ ਦੇ ਵਿੱਚ ਰਹੇ, ਕੰਮ ਐ ਸੀ ਬਹੁਤ ਵਧੀਆ। ਇਸ ਕਰਕੇ ਨਹੀਂ ਤਾਂ ਇਸੇ ਕਰਕੇ ਵੀ ਉਹਨਾਂ ਨੇ ਜੋ ਕੁਝ ਲਿਖਿਆ ਉਸ ਨੂੰ ਇੱਕ ਕਿਸਮ ਦਾ ਅਸੀਂ ਸੈਲੀਬ੍ਰੇਸ਼ਨ ਇਸ ਵਿੱਚ ਹੋਏਗੀ, ਸੈਲੀਬ੍ਰੇਟ ਕਰਾਂਗੇ ਤੇ ਇਸ ਨੂੰ ਲੋਕ ਅਰਪਣ ਵੀ ਕਰਾਂਗੇ। ਬਿਲਕੁਲ ਜੀ, ਬਿਲਕੁਲ ਜੀ। ਕੀ ਕਹੋਗੇ ਜੀ ਐਂਡ ਦੇ ਉੱਤੇ ਵਿਊਅਰਸ ਨੂੰ? ਹਾਂਜੀ, ਮੈਂ ਸ਼ਮਸ਼ੇਰ ਜੀ ਦੇ ਸੰਬੰਧ ਵਿੱਚ ਇਹ ਕਹੂੰਗਾ ਕਿ ਮੈਂ ਅਸਲ ਇਹਦੀ ਕਿਤਾਬ ਦਾ ਮੁੱਖ ਬੰਦ ਵੀ ਦਾ ਮੈਂ ਲਿਖਿਆ ਹੈਗਾ। ਉਹਦੇ 'ਚ ਮੈਂ ਇੱਕ ਲਾਈਨ ਲਿਖੀ ਕਿ ਅਸੀਂ ਬਹੁਤ ਸਾਰੇ ਜਿਹੜੇ ਰਸ਼ੀਅਨ ਰਾਈਟਰ, ਗ੍ਰੇਟ ਰਸ਼ੀਅਨ ਰਾਈਟਰ ਜਿਹੜੇ ਲਿਵ ਟਾਲਸਟਾਏ ਸਨ, ਉਹਨਾਂ ਦਾ ਜਿਹੜਾ ਨਾਵਲ ਹੈਗਾ ਆਪਣਾ ਵਾਰ ਐਂਡ ਪੀਸ, ਉਹਦੇ ਵਿੱਚ ਹਜ਼ਾਰਾਂ ਦੇ ਕਰੀਬ ਜਿਹੜੇ ਕਰੈਕਟਰਸ ਆਉਂਦੇ ਆ। ਤਾਂ ਤੁਸੀਂ ਜਦੋਂ ਸ਼ਮਸ਼ੇਰ ਹੋਰਾਂ ਦੀ ਬੁੱਕ ਦੇ ਵਿੱਚ ਪੜ੍ਹੋਗੇ ਨਾ, ਇਹਦੇ ਵਿੱਚ ਹਜ਼ਾਰਾਂ ਹੀ ਕਰੈਕਟਰ ਇਸ ਬੁੱਕ ਦੇ ਵਿੱਚ ਹੈਗੇ ਆ। ਤਾਂ ਉਹ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਯਾਦਾਸ਼ਤ ਸੀਗੀ, ਉਹਨਾਂ ਦੀ ਜਿਹੜੀ ਮੈਮੋਰੀ ਸੀਗੀ, ਬੜੀ ਉਹ ਫੋਟੋਗ੍ਰਾਫਿਕ ਸੀਗੀ। ਵੀ ਜਿਸ ਬੰਦੇ ਨੂੰ ਇੱਕ ਵਾਰੀ ਦੇਖ ਲਿਆ ਉਹ ਕੈਪਚਰ ਕਰ ਲੈਂਦੇ ਸਨ, ਹਨਾ। ਤੇ ਉਹਨਾਂ ਦੀ ਇਸ ਬੁੱਕ ਦੇ ਵਿੱਚੋਂ ਤੁਹਾਨੂੰ ਟਾਲਸਟਾਏ ਨਜ਼ਰ ਆਊਗਾ, ਮੇਰਾ ਦਾਵਾ ਹੈ। ਹਾਂਜੀ, ਸੋ ਇਸ ਕਰਕੇ ਜ਼ਰੂਰ ਹੈ ਕਿ ਪਲੀਜ਼ ਸਾਰੇ ਉੱਥੇ ਪਹੁੰਚਣ। ਸਾਰੇ ਜਿਹੜੇ ਸਾਹਿਤ ਪ੍ਰੇਮੀ ਹਨ ਘੱਟੋ ਘੱਟ ਉਹ ਉੱਥੇ ਜ਼ਰੂਰ ਪਹੁੰਚਣ ਦੀ ਖੇਚਲ ਕਰਨ ਜੀ। ਬਿਲਕੁਲ ਜੀ। ਸੇਖਰ ਸਾਹਿਬ ਤੇ ਦੀਪਕ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹੋ ਜਿਹੇ ਪ੍ਰੋਗਰਾਮ ਨੂੰ ਲਿਖਣ ਦਾ ਤੇ ਇਹੋ ਜਿਹੀਆਂ ਰਚਨਾਵਾਂ ਵੀ ਸਾਡੇ ਤੱਕ ਪਹੁੰਚਾਉਣ ਦਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ, ਪਰ ਇਸ ਸਮਾਗਮ ਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੈਗੇ ਆ ਤੇ ਯਾਦ ਕਰਾਂਗੇ ਜੀ ਉਸ ਦਿਨ ਅਸੀਂ ਸਵਰਗਵਾਸੀ ਸਰਦਾਰ ਜੋਗਿੰਦਰ ਸ਼ਮਸ਼ੇਰ ਜੀ ਉਹਨਾਂ ਨੂੰ, ਤੇ ਨਾਲ ਉਹਨਾਂ ਦੇ ਪਰਿਵਾਰ ਵੀ ਵਧਾਈ ਦੇ ਪਾਤਰ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਅਜਿਹਾ ਇਨਸਾਨ ਜਿਹੜਾ ਪੰਜਾਬੀ ਦੇ ਲਈ, ਪੰਜਾਬੀ ਮਾਂ ਬੋਲੀ ਦੇ ਲਈ ਤੇ ਇੰਨੀਆਂ ਉਹਨਾਂ ਨੇ ਸਾਹਿਤਿਕ ਦੇਣ ਜਿਹੜੀ ਰਹੀ ਹੈ। ਸੋ ਤੁਹਾਡਾ ਵੀ ਦੋਨਾਂ ਦਾ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਇੱਕੋ ਹੀ ਬੇਨਤੀ ਕਰਨੀ ਸੀ ਕਿ ਸਿਰਫ ਉਸ ਦਿਨ ਜਿਹੜੀ ਕੋਵਿਡ ਦੀਆਂ ਜਿਹੜੀਆਂ ਉਸ ਵਕਤ ਜਿਹੜੀਆਂ ਇੰਸਟਰਕਸ਼ਨਸ ਹੋਣਗੀਆਂ, ਹੋ ਸਕਦਾ ਕਿ ਇੱਕ ਵੀਕ ਵਿੱਚ ਕੁਝ ਚੇਂਜ ਹੋ ਜਾਏ, ਪਰ ਉਹ ਹਰ ਇੱਕ ਨੂੰ ਪਲੀਜ਼ ਉਹ ਫਾਲੋ ਕਰਨ ਜੀ। ਇਹ ਸਾਡੀ ਬੇਨਤੀ ਹੈ। ਬਿਲਕੁਲ ਜੀ, ਧੰਨਵਾਦ। ਥੈਂਕ ਯੂ। ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਤੁਹਾਨੂੰ ਮੈਂ ਦੱਸ ਦਵਾਂ ਕਿ ਸਵਰਗਵਾਸੀ ਜੋਗਿੰਦਰ ਸ਼ਮਸ਼ੇਰ ਜੀ, ਉਹਨਾਂ ਦੀ ਬੇਟੀ ਉਸ਼ਮਾ ਮੰਗੇੜਾ ਤੇ ਪਰਿਵਾਰ ਦੇ ਵੱਲੋਂ ਪੰਜਾਬ ਭਵਨ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸਵੈ ਜੀਵਨੀ ਬੀਤੇ ਦਾ ਸਫ਼ਰ ਜਿਹੜਾ ਲੋਕ ਅਰਪਣ ਤੇ ਵਿਚਾਰਧਾਰਾ ਹੋਣੀ ਹੈ 10 ਅਪ੍ਰੈਲ 2022 ਨੂੰ ਐਤਵਾਰ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ। ਕਿੱਥੇ ਹੋਣੀ ਹੈ ਇਹ ਵੀ ਦੱਸ ਦਿੰਦੇ ਆ, ਪੰਜਾਬ ਭਵਨ ਦੇ ਵਿੱਚ, ਜਿਹੜਾ ਕਿ 154 ਫਰੇਜ਼ਰ ਹਾਈਵੇ ਦੇ ਉੱਤੇ ਆ। ਸਾਰਿਆਂ ਨੂੰ ਪਤਾ ਸੁਖੀਬਾਟ ਮੋਟਰਸ ਦੀ ਡੀਲਰਸ਼ਿਪ ਦੇ ਨਾਲ ਹੈ, ਉੱਥੇ ਪਹੁੰਚਿਆ ਜਾ ਸਕਦਾ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਸਤਵੰਤ ਦੀਪਕ ਜੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 604 910 9953। ਉਸ਼ਮਾ ਮੰਗੇੜਾ ਜੀ ਨੂੰ ਫੋਨ ਕੀਤਾ ਜਾ ਸਕਦਾ 778 386 3037, ਜਾਂ ਜਰਨੈਲ ਸਿੰਘ ਸੇਖਾ ਜੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 778246 1087 778 246 1087। ਸੋ ਇਹਨਾਂ ਨੰਬਰਾਂ ਤੇ ਕਾਲ ਕੀਤੀ ਜਾ ਸਕਦੀ ਹੈ, ਪਹੁੰਚਿਆ ਜਾ ਸਕਦਾ। ਤੇ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਕੋਵਿਡ ਦੀਆਂ ਗਾਈਡਲਾਈਨਸ ਨੂੰ ਦੇਖ ਕੇ ਉੱਥੇ ਪਹੁੰਚਿਆ ਜਾ ਸਕਦਾ ਹੈ। ਇੱਕ ਹਫ਼ਤੇ 'ਚ ਜੇ ਕੋਈ ਚੇਂਜਸ ਆਉਂਦੀਆਂ ਤਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ, ਜ਼ਰੂਰ ਪਹੁੰਚਿਆ ਜਾਵੇ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।